ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਵੈਲਕਮ ਟੂ ਮਾਈ ਚੈਨਲ। ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਕਰਾਂਗੇ ਕੰਟਰੋਲ ਰੇਸ਼ੀਓਜ਼। ਇਹ ਸਾਡਾ ਪੈਂਡਿੰਗ ਟੌਪਿਕ ਸੀਗਾ, ਜਿਹੜੀ ਸਾਡੀ ਮਾਰਜਨਲ ਕੋਸਟਿੰਗ ਐਂਡ ਮੈਨੇਜਮੈਂਟ ਡਿਸੀਜਨ ਵਾਲੀ ਯੂਨਿਟ ਹੈ ਉਹਦੇ ਵਿੱਚੋਂ, ਠੀਕ ਹੈ। ਔਰ ਇਸ ਟੌਪਿਕ ਨੂੰ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੰਪਲੀਟ ਕਰਾਂਗੇ। ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਨੋਟ ਕਰਨਾ, ਜਿਹੜਾ ਮੈਂ CVP ਐਨਾਲਾਈਸਿਸ ਵਾਲਾ ਚੈਪਟਰ ਕਰਵਾਇਆ ਸੀ ਕੋਸਟ ਅਕਾਊਂਟਿੰਗ ਦੇ ਵਿੱਚ, ਉਹਦੇ ਵਿੱਚ ਜਿੰਨੀ ਰੇਸ਼ੀਓਜ਼ ਆਉਂਦੀਆਂ ਉਹ ਵੀ ਕੰਟਰੋਲ ਰੇਸ਼ੀਓਜ਼ ਦਾ ਹਿੱਸਾ ਹੈ। ਬਟ ਅਗਰ ਮੈਂ ਗੱਲ ਕਰਾਂ ਮੈਨੇਜਮੈਂਟ ਦੇ ਕੰਟੈਕਸਟ ਦੇ ਵਿੱਚ ਤਾਂ ਕੰਟਰੋਲ ਰੇਸ਼ੀਓਜ਼ ਅਲੱਗ ਨੇ, ਤਾਂ ਸਾਨੂੰ ਉਹ ਵੀ ਕਵਰ ਕਰਨੀ ਹੈ, ਇਹ ਵੀ ਕਵਰ ਕਰਨੀ ਹੈ। ਇਹ ਵਾਲੀਆਂ ਹੋ ਚੁੱਕੀਆਂ CVP ਵਾਲੀਆਂ। ਹੁਣ ਆਪਾਂ ਮੈਨੇਜਮੈਂਟ ਵਾਲੀਆਂ ਕਰਾਂਗੇ, ਜਿਹਦੇ ਵਿੱਚ 4 ਆਉਂਦੀਆਂ ਸਾਡੇ ਕੋਲ ਕੰਟਰੋਲ ਰੇਸ਼ੀਓਜ਼। ਸਭ ਤੋਂ ਪਹਿਲਾਂ ਹੈ ਕਿ ਕੰਟਰੋਲ ਰੇਸ਼ੀਓਜ਼ ਹੁੰਦਾ ਕੀ ਹੈ। ਕੰਟਰੋਲ ਰੇਸ਼ੀਓਜ਼ ਆਰ ਪਰਫੋਰਮੈਂਸ ਇੰਡੀਕੇਟਰ। ਇਹ ਕੀ ਹੁੰਦੇ ਆ? ਸਾਡੇ ਪਰਫੋਰਮੈਂਸ ਇੰਡੀਕੇਟਰਸ ਹੁੰਦੇ ਆ, ਜਿਹਦੇ ਥਰੂ ਆਪਾਂ ਜੱਜ ਕਰਦੇ ਹਾਂ ਕਿ ਸਾਡੀ ਐਫੀਸ਼ੀਐਂਸੀ ਕਿੰਨੀ ਹੈ, ਪ੍ਰੋਡਕਟਿਵਿਟੀ ਕਿੰਨੀ ਹੈ ਅਤੇ ਪ੍ਰੋਫਿਟੇਬਿਲਿਟੀ ਕਿੰਨੀ ਹੈ, ਠੀਕ ਹੈ। ਪਰਫੋਰਮੈਂਸ ਇੰਡੀਕੇਟਰ ਤੁਸੀਂ ਕੰਟਰੋਲ ਰੇਸ਼ੀਓਜ਼ ਨੂੰ ਯਾਦ ਰੱਖੋਗੇ। ਇਹ ਕੀ ਨੇ? ਪਰਫੋਰਮੈਂਸ ਇੰਡੀਕੇਟਰਸ ਨੇ ਜੋ ਹੈਲਪ ਕਰਦੇ ਆ ਜਾਂ ਜੱਜ ਕਰਨ ਦੇ ਵਿੱਚ ਹੈਲਪ ਕਰਦੇ ਨੇ ਪਰਫੋਰਮੈਂਸ ਨੂੰ, ਐਫੀਸ਼ੀਐਂਸੀ ਨੂੰ, ਪ੍ਰੋਡਕਟਿਵਿਟੀ ਨੂੰ ਪਲੱਸ ਪ੍ਰੋਫਿਟੇਬਿਲਿਟੀ ਨੂੰ, ਠੀਕ ਹੈ। ਇਹਨਾਂ ਸਭ ਚੀਜ਼ਾਂ ਨੂੰ ਦੇਖਣ ਵਾਸਤੇ ਅਸੀਂ ਕੀ ਯੂਜ਼ ਕਰਦੇ ਹਾਂ? ਕੰਟਰੋਲ ਰੇਸ਼ੀਓ। ਨੈਕਸਟ ਹੈ ਇਨ ਮਾਰਜਨਲ ਕੋਸਟਿੰਗ ਦੇ ਹੈਲਪ ਮੈਨੇਜਰਸ ਮੋਨੀਟਰ ਹਾਊ ਵੈਲ ਰਿਸੋਰਸਿਸ ਆਰ ਬੀਂਗ ਯੂਟੀਲਾਈਜ਼ਡ। ਮਾਰਜਨਲ ਕੋਸਟਿੰਗ ਦੇ ਵਿੱਚ ਜਿਹੜੀ ਕੰਟਰੋਲ ਰੇਸ਼ੀਓਜ਼ ਹੈ ਉਹ ਹੈਲਪ ਕਰਦੀਆਂ ਮੈਨੇਜਰ ਨੂੰ ਮੋਨੀਟਰ ਕਰਨ ਵਾਸਤੇ, ਦੇਖਣ ਵਾਸਤੇ ਕਿ ਜਿਹੜੇ ਸਾਡੇ ਰਿਸੋਰਸਿਸ ਹੈ, ਰਿਸੋਰਸਿਸ ਮਤਲਬ ਜਿੰਨੀਆਂ ਵੀ ਸਾਡੀ ਲੇਬਰ ਹੈ ਜਾਂ ਫਿਰ ਜਿੰਨਾ ਵੀ ਸਾਡਾ ਰੋ ਮਟੀਰੀਅਲ ਹੈ ਉਹ ਅੱਛੇ ਤਰੀਕੇ ਦੇ ਨਾਲ ਯੂਟੀਲਾਈਜ਼ਡ ਹੋਇਆ। ਯੂਟੀਲਾਈਜ਼ ਦਾ ਮਤਲਬ ਯੂਜ਼ ਹੋਇਆ ਜਾਂ ਨਹੀਂ ਹੋਇਆ। ਔਰ ਗਾਈਡ ਡਿਸੀਜਨਸ ਲਾਈਕ ਪ੍ਰਾਈਸਿੰਗ, ਪ੍ਰੋਡਕਟ ਮਿਕਸ ਐਂਡ ਕੋਸਟ ਕੰਟਰੋਲ। ਜਿੰਨੇ ਵੀ ਆਪਾਂ ਡਿਸੀਜਨਸ ਲੈਣੇ ਆ ਉਹ ਇਹਨਾਂ ਰੇਸ਼ੀਓਜ਼ ਦੇ ਬੇਸਿਸ ਦੇ ਉੱਤੇ ਲੈਣੇ ਆ। ਉਹਨਾਂ ਦੇ ਬੇਸਿਸ 'ਤੇ ਅਸੀਂ ਪ੍ਰਾਈਸਿੰਗ ਮਤਲਬ ਕਿੰਨਾ ਪ੍ਰਾਈਸ ਰੱਖੀਏ ਮੈਂ ਆਪਣੇ ਪ੍ਰੋਡਕਟ ਦਾ, ਪ੍ਰੋਡਕਟ ਮਿਕਸ ਕੀ ਹੋਣਾ ਚਾਹੀਦਾ ਹੈ ਅਤੇ ਕੋਸਟ ਕੰਟਰੋਲ ਕਿੱਦਾਂ ਕਰਨੀ ਹੈ। ਇਹਨਾਂ ਵਾਸਤੇ ਸਾਨੂੰ ਕੰਟਰੋਲ ਰੇਸ਼ੀਓਜ਼ ਪੜ੍ਹਨੀਆਂ ਪੈਂਦੀਆਂ। ਹੁਣ ਆਪਾਂ ਸਟਾਰਟ ਕਰਦੇ ਹਾਂ ਕਿੰਨੇ ਤਰ੍ਹਾਂ ਦੇ ਕੰਟਰੋਲ ਰੇਸ਼ੀਓਜ਼ ਹੈ। ਕਾਈਂਡ ਆਫ ਕੰਟਰੋਲ ਰੇਸ਼ੀਓਜ਼ ਸਾਡੇ ਕੋਲ 4 ਤਰ੍ਹਾਂ ਦੀ ਕੰਟਰੋਲ ਰੇਸ਼ੀਓਜ਼ ਹੈ। ਪਹਿਲੀ ਹੈ ਸਾਡੇ ਕੋਲ ਐਫੀਸ਼ੀਐਂਸੀ ਰੇਸ਼ੀਓ, ਦੂਜੀ ਆਉਂਦੀ ਹੈ ਐਕਟੀਵਿਟੀ ਰੇਸ਼ੀਓ, ਤੀਜੀ ਆਉਂਦੀ ਹੈ ਕੈਪੈਸਿਟੀ ਰੇਸ਼ੀਓ ਔਰ ਚੌਥੀ ਆਉਂਦੀ ਹੈ ਕੈਲੰਡਰ ਰੇਸ਼ੀਓ। ਹੁਣ ਇੱਕ ਇੱਕ ਕਰਕੇ ਇਹਨਾਂ ਨੂੰ ਆਪਾਂ ਪੜ੍ਹਾਂਗੇ। ਇਹਨਾਂ ਦੇ ਫਾਰਮੂਲਾਜ਼ ਔਰ ਇਹਨਾਂ ਦੇ ਪਰਪਸ ਸਿਰਫ ਔਰ ਸਿਰਫ ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ। ਐਫੀਸ਼ੀਐਂਸੀ ਰੇਸ਼ੀਓ। ਐਫੀਸ਼ੀਐਂਸੀ ਰੇਸ਼ੀਓ ਦਾ ਫਾਰਮੂਲਾ ਹੁੰਦਾ ਹੈ ਸਟੈਂਡਰਡ ਆਰਸ। ਜਿੰਨੇ ਵੀ ਮੇਰੇ ਸਟੈਂਡਰਡ ਆਰਸ ਹੋਗੇ ਉਹਨੂੰ ਤੁਸੀਂ ਡਿਵਾਈਡ ਕਰ ਦੋਗੇ ਐਕਚੁਅਲ ਆਰਸ ਦੇ ਨਾਲ। ਸਟੈਂਡਰਡ ਆਰਸ ਡਿਵਾਈਡ ਬਾਈ ਐਕਚੁਅਲ ਆਰਸ ਮਲਟੀਪਲਾਈ ਕਰ ਦੋਗੇ 100 ਨਾਲ। ਇਹ ਤੁਹਾਡੀ ਆਏਗੀ ਐਫੀਸ਼ੀਐਂਸੀ ਰੇਸ਼ੀਓ। ਅਤੇ ਐਫੀਸ਼ੀਐਂਸੀ ਰੇਸ਼ੀਓ ਦਾ ਪਰਪਸ ਕੀ ਹੈ? ਮੇਜ਼ਰਸ ਹਾਊ ਐਫੀਸ਼ੀਐਂਟਲੀ ਲੇਬਰ ਔਰ ਮਸ਼ੀਨਸ ਆਰ ਯੂਜ਼ਡ। ਇਹ ਦੇਖਦਾ ਹੈ, ਚੈੱਕ ਕਰਦਾ, ਇਵੈਲੂਏਟ ਕਰਦਾ ਹੈ ਕਿ ਕਿੰਨੇ ਐਫੀਸ਼ੀਐਂਟਲੀ ਮੇਰੀ ਲੇਬਰ ਔਰ ਮਸ਼ੀਨ ਕੰਮ ਕਰ ਰਹੀ ਹੈ ਜਾਂ ਯੂਜ਼ ਹੋ ਰਹੀ ਹੈ, ਠੀਕ ਹੈ। ਮੇਨ ਚੀਜ਼ ਇਹਦਾ ਕੀਵਰਡ ਯਾਦ ਰੱਖੋਗੇ, ਲੇਬਰ ਔਰ ਮਸ਼ੀਨ। ਲੇਬਰ ਔਰ ਮਸ਼ੀਨਸ ਮੇਰੀ ਕਿੰਨੀ ਐਫੀਸ਼ੀਐਂਟਲੀ ਕੰਮ ਕਰ ਰਹੀ ਹੈ, ਇਹ ਕੌਣ ਦੇਖੇਗਾ? ਐਫੀਸ਼ੀਐਂਸੀ ਰੇਸ਼ੀਓ ਦੇਖੇਗਾ। ਔਰ ਇਹਦਾ ਤੁਸੀਂ ਡਾਇਰੈਕਟ ਫਾਰਮੂਲਾ ਯਾਦ ਕਰਨਾ ਹੈ ਸਟੈਂਡਰਡ ਆਰਸ ਓਵਰ ਐਕਚੁਅਲ ਆਰ ਮਲਟੀਪਲਾਈ 100, ਠੀਕ ਹੈ। ਨੈਕਸਟ ਚੱਲਦੇ ਹਾਂ। ਨੈਕਸਟ ਹੈ ਸਾਡੇ ਕੋਲ ਐਕਟੀਵਿਟੀ ਰੇਸ਼ੀਓ। ਐਕਟੀਵਿਟੀ ਰੇਸ਼ੀਓ ਕਿਹੜੀ ਰੇਸ਼ੀਓ ਹੁੰਦੀ ਹੈ? ਇਹਦਾ ਪਰਪਸ ਬਾਅਦ 'ਚ ਦੇਖਾਂਗੇ। ਸਭ ਤੋਂ ਪਹਿਲਾਂ ਆਪਾਂ ਇਹਦਾ ਫਾਰਮੂਲਾ ਦੇਖਦੇ ਹਾਂ। ਐਕਟੀਵਿਟੀ ਰੇਸ਼ੀਓ ਦਾ ਫਾਰਮੂਲਾ ਹੁੰਦਾ ਹੈ ਐਕਚੁਅਲ ਆਊਟਪੁੱਟ। ਹੁਣ ਇੱਥੇ ਆਰਸ ਨਹੀਂ ਲੈਣੇ, ਆਊਟਪੁੱਟ ਲੈਣਾ ਕਿ ਕਿੰਨਾ ਮੇਰੇ ਕੋਲ ਬਣ ਕੇ ਆਇਆ ਪ੍ਰੋਡਕਟ। ਐਕਚੁਅਲ ਆਊਟਪੁੱਟ ਨੂੰ ਡਿਵਾਈਡ ਕਰ ਦੋਗੇ ਬਜਟਡ ਆਊਟਪੁੱਟ ਦੇ ਨਾਲ, ਮਲਟੀਪਲਾਈ ਕਰ ਦੋਗੇ 100 ਨਾਲ। ਤੁਹਾਡੇ ਕੋਲ ਕੀ ਨਿਕਲ ਕੇ ਆਏਗਾ? ਐਕਟੀਵਿਟੀ ਰੇਸ਼ੀਓ। ਐਕਚੁਅਲ ਆਊਟਪੁੱਟ ਡਿਵਾਈਡਡ ਬਾਈ ਬਜਟਡ ਆਊਟਪੁੱਟ ਮਲਟੀਪਲਾਈ ਬਾਈ 100 ਤੁਹਾਡੇ ਕੋਲ ਆਏਗੀ ਐਕਟੀਵਿਟੀ ਰੇਸ਼ੀਓ। ਹੁਣ ਇਹਦਾ ਪਰਪਸ ਰੀਡ ਕਰ ਲੈਂਦੇ ਹਾਂ। ਇੰਡੀਕੇਟਸ ਦ ਲੈਵਲ ਆਫ ਐਕਟੀਵਿਟੀ ਅਚੀਵ ਕੰਪੇਅਰ ਟੂ ਪਲੈਨਡ ਆਊਟਪੁੱਟ। ਇਹ ਲੈਵਲ ਆਫ ਐਕਟੀਵਿਟੀ ਨੂੰ ਦੇਖਦੇ ਆਪਾਂ ਕਿੰਨਾ ਕੰਮ ਕੀਤਾ, ਫਰਮ ਦੇ ਅੰਦਰ ਕਿੰਨਾ ਕੰਮ ਕੀਤਾ ਗਿਆ। ਐਕਚੁਅਲ ਨੂੰ ਕੰਪੇਅਰ ਕੀਤਾ ਜਾਂਦਾ ਹੈ ਪਲੈਨਡ ਦੇ ਨਾਲ। ਬਜਟਡ ਨੂੰ, ਐਕਚੁਅਲ ਨੂੰ ਬਜਟਡ ਦੇ ਨਾਲ ਕੰਪੇਅਰ ਕੀਤਾ ਜਾਂਦਾ ਹੈ ਅਤੇ ਬਜਟਡ ਹੀ ਸਾਡਾ ਕੀ ਹੁੰਦਾ? ਪਲੈਨਡ ਵਾਲਾ। ਪਲੈਨ ਦੇ ਨਾਲ ਕੰਪੇਅਰ ਕੀਤਾ ਜਾਂਦਾ ਹੈ ਕਿ ਜਿੰਨਾ ਆਪਾਂ ਪਲਾਨ ਕੀਤਾ ਸੀ ਕਿ ਇੰਨਾ ਆਊਟਪੁੱਟ ਬਣੇਗਾ, ਉਹਨਾਂ ਐਕਚੁਅਲ ਦੇ ਵਿੱਚ ਹੋਇਆ ਵੀ ਹੈ ਜਾਂ ਨਹੀਂ ਹੋਇਆ। ਤਾਂ ਐਕਟੀਵਿਟੀ ਰੇਸ਼ੀਓ ਕੀ ਦੱਸਦੀ ਹੈ? ਐਕਟੀਵਿਟੀ ਦੱਸਦੀ ਹੈ ਕਿ ਕਿੰਨਾ ਕੰਮ ਹੋਇਆ, ਕਿੰਨਾ ਨਹੀਂ। ਨੈਕਸਟ ਦੇਖੋ, ਨੈਕਸਟ ਆਉਂਦਾ ਸਾਡੇ ਕੋਲ ਕੈਪੈਸਿਟੀ ਰੇਸ਼ੀਓ। ਕੈਪੈਸਿਟੀ ਰੇਸ਼ੀਓ ਕੀ ਦੱਸਦਾ ਹੈ? ਐਕਚੁਅਲ ਆਰਸ ਵਰਕਡ। ਜਿੰਨਾ ਘੰਟੇ ਐਕਚੁਅਲ ਦੇ ਵਿੱਚ ਕੰਮ ਕੀਤਾ ਗਿਆ ਹੈ ਡਿਵਾਈਡ ਕਰ ਦੋਗੇ ਬਜਟਡ ਆਰਸ ਦੇ ਨਾਲ, ਮਲਟੀਪਲਾਈ ਕਰ ਦੋਗੇ 100 ਨਾਲ। ਤੁਹਾਡੇ ਕੋਲ ਆਏਗਾ ਕੈਪੈਸਿਟੀ ਰੇਸ਼ੀਓ। ਇਹਦਾ ਪਰਪਸ ਕੀ ਹੈ? ਸ਼ੋਜ਼ ਹਾਊ ਵੈਲ ਅਵੇਲੇਬਲ ਕੈਪੈਸਿਟੀ ਇਜ਼ ਯੂਟੀਲਾਈਜ਼ਡ। ਮੰਨ ਲਓ ਮੇਰੀ ਇੱਕ ਮਸ਼ੀਨ ਹੈ ਜਾਂ ਫਿਰ ਮੈਂ ਕਹਿ ਸਕਦੀ ਮੇਰਾ ਇੱਕ ਲੇਬਰ ਹੈ। ਪਹਿਲਾਂ ਮਸ਼ੀਨ ਦੇ ਕੰਟੈਕਸਟ 'ਚ ਦੇਖਦੇ ਹਾਂ। ਇੱਕ ਮਸ਼ੀਨ ਹੈ,
ਉਹਦੀ ਅਵੇਲੇਬਲ ਕਪੈਸਿਟੀ ਹੈ ਕਿ ਉਹ 10 ਘੰਟੇ ਕੰਮ ਕਰ ਸਕਦੀ ਹੈ। ਠੀਕ ਹੈ, ਇਹ ਉਹਦੀ ਅਵੇਲੇਬਲ ਕਪੈਸਿਟੀ ਆ। ਹੁਣ ਇਸ 10 ਘੰਟੇ ਕੰਮ ਕਰਨ ਦੀ ਕਪੈਸਿਟੀ ਨੂੰ ਕਿੱਦਾਂ ਔਰ ਕਿੰਨਾ ਐਫੀਸ਼ੀਐਂਟਲੀ ਯੂਜ਼ ਕੀਤਾ ਗਿਆ, ਇਹ ਕਪੈਸਿਟੀ ਰੇਸ਼ੀਓ ਦੱਸੇਗਾ, ਜਿਹਦੇ ਵਿੱਚ ਤੁਸੀਂ ਐਕਚੁਅਲ ਆਰਸ ਵਰਕਡ, ਮਤਲਬ ਇਹ ਮਸ਼ੀਨ ਨੇ ਕਿੰਨੇ ਘੰਟੇ ਐਕਚੁਅਲ ਦੇ ਵਿੱਚ ਕੰਮ ਕੀਤਾ। ਮੰਨ ਲਓ ਇਹਨੇ 8 ਘੰਟੇ ਕੰਮ ਕੀਤਾ ਅਤੇ ਬਜਟਡ ਸੀਗਾ ਕਿ ਇਹ 9 ਘੰਟੇ ਕੰਮ ਕਰੂਗੀ, ਤਾਂ 8/9 × 100 ਕਰ ਦੋਗੇ, ਜੋ ਰੇਸ਼ੋ ਨਿਕਲ ਕੇ ਆਏਗੀ ਉਹ ਤੁਹਾਡੀ ਕਪੈਸਿਟੀ ਰੇਸ਼ੋ ਨਿਕਲ ਕੇ ਆਏਗੀ। ਆਈ ਹੋਪ ਤੁਹਾਨੂੰ ਇਹ ਵੀ ਕਲੀਅਰ ਹੈ। ਨੈਕਸਟ ਔਰ ਲਾਸਟ ਸਾਡੇ ਕੋਲ ਆਉਂਦੀ ਹੈ ਕੈਲੰਡਰ ਰੇਸ਼ੋ। ਕੈਲੰਡਰ ਰੇਸ਼ੋ ਦਾ ਸਿਰਫ ਔਰ ਸਿਰਫ ਤੁਸੀਂ ਇਹਨਾਂ ਸਾਰੀ ਰੇਸ਼ੋਜ਼ ਦੇ ਕੀਵਰਡ ਯਾਦ ਰੱਖਣੇ ਆ ਅਤੇ ਔਰ ਫਾਰਮੂਲਾਜ਼। ਠੀਕ ਹੈ, ਹੁਣ ਕੈਲੰਡਰ ਰੇਸ਼ੋ ਕਿਵੇਂ ਨਿਕਲੇਗਾ, ਕੈਲੰਡਰਸ ਦੇ ਵਿੱਚ ਤੁਸੀਂ ਰਿਲੇਟ ਕਰਨਾ ਡੇਜ਼ ਹੁੰਦੇ ਆ, ਅਤੇ ਇਹਦੇ ਵਿੱਚ ਡੇਜ਼ ਵਾਲਾ ਫਾਰਮੂਲਾ ਲੱਗੇਗਾ। ਐਕਚੁਅਲ ਵਰਕਿੰਗ ਡੇਜ਼ ਨੂੰ ਜਦੋਂ ਤੁਸੀਂ ਡਿਵਾਈਡ ਕਰ ਦੋਗੇ ਬਜਟਿੰਗ ਵਰਕਿੰਗ ਡੇਜ਼ ਦੇ ਨਾਲ, ਮਲਟੀਪਲਾਈ ਕਰ ਦੋਗੇ 100 ਨਾਲ, ਤੁਹਾਡੇ ਕੋਲ ਨਿਕਲ ਕੇ ਆਏਗੀ ਕੈਲੰਡਰ ਰੇਸ਼ੀਓ। ਠੀਕ ਹੈ, ਹੁਣ ਇਹਦਾ ਪਰਪਸ ਕੀ ਹੈ, ਇਵੈਲੂਏਟ ਕਰਨਾ ਟਾਈਮ। ਕੈਲੰਡਰ ਕਿਹਦੇ ਨਾਲ ਰਿਲੇਟ ਕਰਦਾ ਹੈ, ਟਾਈਮ ਨਾਲ, ਤਾਂ ਇਹਨੇ ਟਾਈਮ ਨੂੰ ਹੀ ਇਵੈਲੂਏਟ ਕਰਨਾ ਕਿ ਜਿਹੜਾ ਮੇਰਾ ਐਫੀਸ਼ੀਐਂਟਲੀ ਟਾਈਮ ਯੂਜ਼ ਹੋਇਆ ਜਾਂ ਨਹੀਂ ਹੋਇਆ, ਟਾਈਮ ਦੀ ਵਧੀਆ ਤਰੀਕੇ ਦੇ ਨਾਲ ਯੂਟੀਲਾਈਜੇਸ਼ਨ ਕੀਤੀ ਗਈ ਹੈ ਜਾਂ ਨਹੀਂ ਕੀਤੀ ਗਈ ਵਰਕਿੰਗ ਡੇਜ਼ ਦੇ ਉੱਤੇ, ਉਹਨੂੰ ਆਪਾਂ ਬੋਲ ਦਾਂਗੇ ਕੈਲੰਡਰ ਰੇਸ਼ੀਓ। ਆਈ ਹੋਪ ਤੁਹਾਨੂੰ ਚਾਰੋਂ ਦੇ ਚਾਰੋਂ ਰੇਸ਼ੀਓਜ਼ ਕਲੀਅਰ ਹੈ। ਇੱਕ ਵਾਰੀ ਆਪਾਂ ਰੀਕੈਪ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਐਫੀਸ਼ੀਐਂਸੀ, ਇਹਦਾ ਪਰਪਸ ਯਾਦ ਰੱਖਣਾ ਹੈ ਕਿ ਲੇਬਰ ਔਰ ਮਸ਼ੀਨਸ ਐਫੀਸ਼ੀਐਂਟਲੀ ਯੂਜ਼ ਕੀਤੀਆਂ ਗਈਆਂ ਜਾਂ ਨਹੀਂ ਕੀਤੀਆਂ ਗਈਆਂ। ਐਕਟੀਵਿਟੀ, ਇਹਦਾ ਤੁਸੀਂ ਯਾਦ ਰੱਖਣਾ ਹੈ ਕਿ ਜਿਹੜਾ ਐਕਟੀਵਿਟੀ ਲੈਵਲ ਹੈ ਉਹ ਅਚੀਵ ਹੋਇਆ ਹੈ ਪਲੈਨਡ ਆਊਟਪੁੱਟ ਤੋਂ ਜਾਂ ਨਹੀਂ ਹੋਇਆ। ਨੈਕਸਟ ਹੈ ਕੈਪੈਸਿਟੀ, ਜਿਹੜੀ ਮੇਰੀ ਅਵੇਲੇਬਲ ਕਪੈਸਿਟੀ ਹੈ ਕਿਸੇ ਵੀ ਚੀਜ਼ ਦੀ, ਮਸ਼ੀਨ ਦੀ ਲੈ ਲਓ ਚਾਹੇ ਲੇਬਰ ਦੀ। ਨੈਕਸਟ ਹੈ ਸਾਡੇ ਕੋਲ ਕੈਲੰਡਰ ਰੇਸ਼ੀਓ, ਟਾਈਮ ਨਾਲ ਰਿਲੇਟ ਕਰਦਾ ਹੈ। ਟਾਈਮ ਇਹਦੇ ਵਿੱਚ ਆਪਾਂ ਇਵੈਲੂਏਟ ਕਰਨਾ ਹੈ। ਇਵੈਲੂਏਟ ਦਾ ਮਤਲਬ ਆਪਾਂ ਦੇਖਣਾ ਹੈ ਕਿ ਟਾਈਮ ਨੂੰ ਵਰਕਿੰਗ ਡੇਜ਼ ਦੇ ਉੱਤੇ ਬੈਸਟ ਯੂਜ਼ ਕੀਤਾ ਗਿਆ ਹੈ ਜਾਂ ਨਹੀਂ ਕੀਤਾ ਗਿਆ। ਸੋ ਇਹ ਸੀ ਆਪਣੀ 4 ਰੇਸ਼ੀਓਜ਼ ਕੰਟਰੋਲ ਵਾਲੀਆਂ, ਤੁਸੀਂ ਇਹਨੂੰ ਯਾਦ ਰੱਖਣਾ ਹੈ। ਇਹਦਾ ਮੈਂ ਇੱਕ ਛੋਟਾ ਜਿਹਾ ਨਿਮੋਨਿਕ ਵੀ ਐਡ ਕੀਤਾ ਜਿਹਦੇ ਨਾਲ ਤੁਹਾਨੂੰ ਈਜ਼ਲੀ ਯਾਦ ਹੋ ਜਾਏਗਾ। ਕੰਟਰੋਲ ਰੇਸ਼ੀਓਜ਼ ਇਨ ਮਾਰਜਨਲ ਕੋਸਟਿੰਗ, ਕੰਟਰੋਲ ਰੇਸ਼ੀਓਜ਼ ਇਨ ਮਾਰਜਨਲ ਕੋਸਟਿੰਗ ਕਿਹੜੀ ਹੈ, ਐਵਰੀ ਐਕਟਿਵ ਕੈਟ ਕੈਨ, ਐਵਰੀ ਤੋਂ ਯਾਦ ਰੱਖੋਗੇ ਐਫੀਸ਼ੀਐਂਸੀ, ਐਕਟਿਵ ਤੋਂ ਯਾਦ ਰੱਖੋਗੇ ਐਕਟੀਵਿਟੀ, ਕੈਟ ਤੋਂ ਯਾਦ ਰੱਖੋਗੇ ਕੈਪੈਸਿਟੀ, ਔਰ ਕੈਨ ਤੋਂ ਯਾਦ ਰੱਖੋਗੇ ਕੈਲੰਡਰ। ਠੀਕ ਹੈ, ਐਵਰੀ ਐਕਟਿਵ ਕੈਟ ਕੈਨ, ਇਹ ਇਹਦਾ ਨਿਮੋਨਿਕ ਬਣਾਇਆ ਮੈਂ, ਤੁਸੀਂ ਇਹਨੂੰ ਈਜ਼ਲੀ ਯਾਦ ਰੱਖ ਲਓਗੇ। ਐਫੀਸ਼ੀਐਂਸੀ ਨਾਲ ਰਿਲੇਟ ਕਰ ਦੋਗੇ, ਐਕਟੀਵਿਟੀ ਦੇ ਨਾਲ, ਕੈਪੈਸਿਟੀ ਅਵੇਲੇਬਲ ਕਪੈਸਿਟੀ ਦੇ ਨਾਲ, ਕੈਲੰਡਰ ਟਾਈਮ ਦੇ ਨਾਲ। ਆਈ ਹੋਪ ਤੁਹਾਨੂੰ ਚਾਰੋਂ ਰੇਸ਼ੀਓਜ਼ ਕਲੀਅਰ ਹੈ। ਸੋ ਇਹ ਸੀ ਆਪਣਾ ਅੱਜ ਦਾ ਲੈਕਚਰ, ਜਿਹਦੇ ਵਿੱਚ ਆਪਾਂ ਸਾਰੀ ਕੰਟਰੋਲ ਰੇਸ਼ੀਓਜ਼ ਨੂੰ ਦੇਖ ਲਿੱਤਾ ਹੈ, ਅਤੇ ਬਾਕੀ ਦੀ ਕੰਟਰੋਲ ਰੇਸ਼ੀਓਜ਼ ਜਿਹੜੀ ਕੋਸਟ ਅਕਾਊਂਟਿੰਗ ਦੇ ਵਿੱਚ ਹੈ ਉਹ ਅਲੱਗ ਹੈ, ਤੁਸੀਂ ਉਹਨੂੰ ਵੀ ਯਾਦ ਰੱਖਣਾ ਹੈ, ਇਹਨੂੰ ਵੀ ਯਾਦ ਰੱਖਣਾ ਹੈ। ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਵਧੀਆ ਲੱਗਿਆ ਹੋਏ। ਜੇ ਤੁਹਾਨੂੰ ਲੈਕਚਰ ਵਧੀਆ ਲੱਗਿਆ ਹੋਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ। ਇਹਦੇ ਨਾਲ ਨਾਲ ਮੇਰਾ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਲਓ ਫॉर ਰੈਗੂਲਰ ਅਪਡੇਟ, ਪਲੱਸ ਆਪਣਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੇਣਾ। ਮਿਲਾਂਗੇ ਨੈਕਸਟ ਕਲਾਸ ਦੇ ਵਿੱਚ ਨੈਕਸਟ ਟੌਪਿਕ ਦੇ ਨਾਲ। ਥੈਂਕ ਯੂ ਸੋ ਮਚ।